किरपाल दे। सतगुरु संत दयाल दे। शुभ दिहाड़ा पागा परिया, दर्शन होए किरपाल दे। सतगुरु संत दयाल दे। शुभ दिहाड़ा पागा परिया, दर्शन होए किरपाल दे। सतगुरु संत दयाल दे। सावन शादी मां छोईता, दुनिया ते किरपालाए। मन के हुक्म प्रभु दा सोना, बन के एक मिसाल आए। सावन शादी मां जोईता, दुनिया ते किरपाल आए। मन के हुक्म प्रभु दा सोना, बन के एक मिसाल आए। जग विच आके नाम जपा के, कट दिते फंद काल दे। दर्शन होए किरपाल दे। शुभ दिहाड़ा पागा परिया, दर्शन होए किरपाल दे। सतगुरु संत दयाल दे। शुभ दिहाड़ा पागा परिया, दर्शन होए किरपाल दे। सतगुरु संत दयाल दे। कीते पार समंदर सारे, सच्चा नाम जपाया है। सड़दी बलदी दुनिया उते, नाम दामी वरसाया है। कीते पार समंदर सारे, सच्चा नाम जपाया है। सड़दी बलदी दुनिया उते, नाम दामी वरसाया है। तन तन सतगुरु तेरा सहारा, नाम दा अमृत प्याल दे। दर्शन होए किरपाल दे। शुभ दिहाड़ा पागा परिया, दर्शन होए किरपाल दे। सतगुरु संत दयाल दे। शुभ दिहाड़ा पागा परिया, दर्शन होए किरपाल दे। सतगुरु संत दयाल दे। सत्संग लाके नाम जपा के, काल दे बंधन तोड़ दिते। जन्म जन्म दे विछड़े आके, नाल प्रभु दे जोड़ दिते। सत्संग लाके नाम जपा के, काल दे बंधन
ਸਿਫਤਾਂ ਕਰ ਕਰ ਦਿਲ ਨਾ ਰਜਦਾ, ਗੁਣ ਗਾਵਾਂ ਸੰਤ ਦਿਆਲ ਦੇ, ਦਰਸ਼ਨ ਹੋਏ ਕਿਰਪਾ ਹਲ ਦੇ। ਸ਼ੁਭ ਦਿਹਾੜਾ ਭਾਗਾਂ ਭਰਿਆ, ਦਰਸ਼ਨ ਹੋਏ ਕਿਰਪਾਲ ਦੇ, ਸਤਿਗੁਰੂ ਸੰਤ ਦਿਆਲ ਦੇ। ਸ਼ੁਭ ਦਿਹਾੜਾ ਦਰਸ਼ਨ ਹੋਏ ਕਿਰਪਾਲ ਦੇ, ਸਤਿਗੁਰੂ ਸੰਤ ਦਿਆਲ ਦੇ। ਹੁਕਮ ਸਿੰਘ ਦੇ ਘਰ ਵਿੱਚ ਸੋਣਾ, ਨੂਰ ਇਲਾਹੀ ਆਇਆ ਏ, ਗੁਲਾਬ ਦੇਵੀ ਨੂੰ ਦਿਓ ਵਧਾਈਆਂ, ਜਿਸ ਦੀ ਕੁੱਖ ਦਾ ਜਾਇਆ ਏ। ਹੁਕਮ ਸਿੰਘ ਦੇ ਘਰ ਵਿੱਚ ਸੋਣਾ, ਨੂਰ ਇਲਾਹੀ ਆਇਆ ਏ, ਗੁਲਾਬ ਦੇਵੀ ਨੂੰ ਦਿਓ ਵਧਾਈਆਂ, ਜਿਸ ਦੀ ਕੁੱਖ ਦਾ ਜਾਇਆ ਏ। ਗਰੀਬ ਅਜਾਇਬ ਖੁਸ਼ੀ ਮਨਾਵੇ, ਦਿੱਤਾ ਸਹਾਰਾ ਮੇਰੇ ਹਾਲ ਤੇ, ਦਰਸ਼ਨ ਹੋਏ ਕਿਰਪਾਲ ਦੇ। ਸ਼ੁਭ ਦਿਹਾੜਾ ਭਾਗਾਂ ਭਰਿਆ, ਦਰਸ਼ਨ ਹੋਏ ਕਿਰਪਾਲ ਦੇ, ਸਤਿਗੁਰੂ ਸੰਤ ਦਿਆਲ ਦੇ। ਸ਼ੁਭ ਦਿਹਾੜਾ ਭਾਗਾਂ ਭਰਿਆ, ਦਰਸ਼ਨ ਹੋਏ ਕਿਰਪਾਲ ਦੇ, ਸਤਿਗੁਰੂ ਸੰਤ ਦਿਆਲ ਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਰੀ ਜਾਵੇ ਨਿਤ ਪਾਪ ਸਾਡਾ, ਮਨ ਘਬਰਾਵੇ ਨਾ, ਸਤ ਸੰਗ ਵਾਲੇ ਸਿੱਧਾ ਚੱਲ ਕਦੀ ਆਵੇ ਨਾ। ਕਰੀ ਜਾਵੇ ਨਿਤ ਪਾਪ ਸਾਡਾ, ਮਨ ਘਬਰਾਵੇ ਨਾ, ਸਤ ਸੰਗ ਵਾਲੇ ਸਿੱਧਾ ਚੱਲ ਕਦੀ ਆਵੇ ਨਾ। ਸਾਡੇ ਮਨਾਂ ਦੇ ਜਫਰ ਨੇ ਇੱਕ ਪਲ ਨਾ ਵਿਸਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਪੰਜਾਂ ਚੋਰਾਂ ਕੋਲੋਂ ਸਾਨੂੰ ਆਣ ਬਚਾ ਦਿਓ, ਤਪਦੀਆਂ ਰੂਹਾਂ ਤਾਈਂ
ਪੰਜਾਂ ਚੋਰਾਂ ਕੋਲੋਂ ਸਾਨੂੰ ਆਣ ਬਚਾ ਦਿਓ, ਤਪਦੀਆਂ ਰੂਹਾਂ ਤਾਈਂ ਠੰਡ ਵਰਤਾ ਦਿਓ। ਸਾਡੇ ਦਿਲਾਂ ਵਿੱਚ ਪਾਪ ਜੋ ਸਾਤੋਂ ਨਾ ਉਤਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਧੰਨ ਕਿਰਪਾਲ ਧੰਨ ਸ਼ਬਦ ਅਪਾਰ ਹੈ, ਲੱਖ ਲੱਖ ਜੀਵਾਂ ਦਾ ਕਰਿਆ ਉਧਾਰ ਹੈ। ਧੰਨ ਕਿਰਪਾਲ ਧੰਨ ਸ਼ਬਦ ਅਪਾਰ ਹੈ, ਲੱਖ ਲੱਖ ਜੀਵਾਂ ਦਾ ਕਰਿਆ ਉਧਾਰ ਹੈ। ਤੇਰੇ ਬਿਨ ਡੁੱਬੇ ਵੇੜੇ ਪਾਰ ਨਹੀਂ ਉਤਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਦਿਨ ਰਾਤ ਸੱਚੇ ਪਿਤਾ ਯਾਦ ਮਨਾਵਾਂ ਮੈਂ, ਤੱਕ ਤੱਕ ਰਾ ਤੇਰਾ ਆਸੀਆਂ ਪਾਵਾਂ ਮੈਂ। ਦਿਨ ਰਾਤ ਸੱਚੇ ਪਿਤਾ ਯਾਦ ਮਨਾਵਾਂ ਮੈਂ, ਤੱਕ ਤੱਕ ਰਾ ਤੇਰਾ ਆਸੀਆਂ ਪਾਵਾਂ ਮੈਂ। ਅਜਬ ਕਹੇ ਕਿਰਪਾਲ ਜੀ ਦੇ ਗੁਣ ਨਾ ਵਿਸਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਕਿਰਪਾਲ ਗੁਰੂ ਜੀ ਸਾਤੋਂ ਦੁੱਖ ਨਾ ਸਹਾਰੇ ਜਾਂਦੇ, ਦੁਨੀਆ ਦੇ ਵਿੱਚ ਰਹਿ ਕੇ ਮਨ ਨਹੀਂ ਜੇ ਮਾਰੇ ਜਾਂਦੇ। ਅੱਜ ਦੇ ਸਤਸੰਗ ਦਾ ਮਜ਼ਮੂਨ ਸਤਸੰਗ ਦੀ ਮਹਿਮਾ, ਸਤਿਗੁਰੂ ਦੀ ਮਹਿਮਾ ਔਰ ਸਤਸੰਗ ਦੀ ਵਿਧੀ, ਸਤਿਗੁਰੂ ਦੇ ਮਿਲਣ ਦੇ ਫਾਇਦੇ, ਨਾਮ ਦਾ ਮਿਲਣਾ, ਨਾਮ ਦੇ ਫਾਇਦੇ। ਕਿਉਂਕਿ ਕਲਯੁਗ ਦੇ ਅੰਦਰ ਇਹਨਾਂ ਹੀ ਚੀਜ਼ਾਂ ਨਾਲ ਮੁਕਤੀ ਹੈ। ਸਤਿਗੁਰੂ ਬਗੈਰ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਮੁਕਤੀ ਨਹੀਂ, ਸਤਸੰਗ ਤੋਂ ਬਗੈਰ ਸਾਡੀ ਤਹਿਕੀਕਾਤ ਮੁਕੰਮਲ ਨਹੀਂ ਹੁੰਦੀਗੀ। ਸਾਡੇ ਅੰਦਰ ਬਿਰੇ ਔਰ ਤੜਫ ਮਹਾਤਮਾ ਸਤਸੰਗ ਦੇ ਜ਼ਰੀਏ ਹੀ ਪੈਦਾ ਕਰਦੇ ਹਨ। The text of tonight's satsang is the importance of satsang, the importance of the master, the benefits of receiving the naam and how to get the naam, the importance of naam and how to do the satsang. All these things are very important because in this iron age the liberation cannot be achieved if we do not have the satsang, the master and the naam. Without the master we cannot get the naam, and without satsang we cannot do our self introspection, and only through the satsangs Mahatmas, masters create the desire of doing the devotion of Lord in our within. ਕਬੀਰ ਸਾਹਿਬ ਨੇ ਕਿਹਾ ਸੀ, ਕਥਾ ਕੀਰਤਨ ਕਰ ਵਿਖੇ ਭਵ ਸਾਗਰ ਕੀ ਨਾਭ, ਕਹੇ ਕਬੀਰ ਜਗ ਤਰਨ ਕੋ ਨਹੀਂ ਔਰ ਅਪਾਪ। Kabir Sahib had said that in this iron age, to know about God and to talk about God
or doing the satsang of the God are the only ways of liberation from this ocean of life. There are no other ways through which one can cross this ocean of life in this iron age. ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਕਹੋ ਨਾਨਕ ਪ੍ਰਭ ਇਹ ਹੈ ਜਨਾਈ, ਬਿਨ ਗੁਰ ਮੁਕਤ ਨ ਪਾਈਏ ਭਾਈ. Guru Arjan Dev Ji Maharaj says that Nanak says that God himself has made this law that without the master one cannot get the liberation. ਇਸ ਦੇ ਅੰਦਰ ਸਤਸੰਗੀ ਦੀ ਮੌਤ ਦਾ ਹਵਾਲਾ ਦਿੱਤਾ ਗਿਆ ਹੈ ਕਿ ਜੋ ਲੋਕ ਨਾਮ ਲੈ ਕੇ ਮਿਹਨਤ ਕਰਦੇ ਹੈ ਉਹਨਾਂ ਨੂੰ ਆਪਣੀ ਮੌਤ ਦੇ ਵਕਤ ਆਪਣੀ ਸ਼ਾਦੀ ਨਾਲੋਂ ਕਰੋੜਾਂ ਦਰਜੇ ਵੱਧ ਖੁਸ਼ੀ ਹੁੰਦੀ ਹੈ, ਕਿਉਂਕਿ ਉਹਨਾਂ ਦਾ ਗੁਰੂ ਦੇਵ ਕਮਾਈ ਵਾਲੇ ਸਤਸੰਗੀਆਂ ਨੂੰ ਕਈ ਮਹੀਨੇ ਪਹਿਲਾਂ ਹੀ ਚੇਤਾਵਨੀ ਦੇ ਦਿੰਦਾ ਹੈ ਕਿ ਮੈਂ ਫਲਾਣੇ ਵਕਤ ਤੁਹਾਨੂੰ ਲਿਜਾਊਂਗਾ। ਅਗਰ ਕੋਈ ਥੋੜਾ ਬਹੁਤਾ ਵੀ ਗੁਰੂ ਨਾਲ ਪਿਆਰ ਕਰਦਾ ਹੈ ਤਾਂ 1-2 ਦਿਨ ਪਹਿਲਾਂ ਹੀ ਗੁਰੂ ਉਸ ਨੂੰ ਚੇਤਾਵਨੀ ਦੇ ਦਿੰਦਾ ਹੈ ਕਿ ਮੈਂ ਫਲਾਣੇ ਵਕਤ ਤੈਨੂੰ ਲੈਣ ਵਾਸਤੇ ਆਊਂਗਾ। ਅਗਰ ਕੋਈ ਨਾਮ ਲੈ ਕੇ ਸ਼ਰਾਬਾਂ ਕਬਾਬਾਂ ਦੇ ਵਿੱਚ ਲੱਗਿਆ ਹੋਇਆ ਹੈ, ਗੁਰੂ 'ਤੇ ਭਰੋਸਾ ਨਹੀਂ, ਪ੍ਰਤੀਤ ਨਹੀਂ, ਤੁਸੀਂ ਸੋਚ ਕੇ ਦੇਖ ਲਓ, ਫਿਰ ਗੁਰੂ ਦੀ ਮਰਜ਼ੀ ਹੈ ਆਵੇ ਜਾਂ ਨਾ ਆਵੇ। In tonight's satsang, I'll talk about the death of the satsangi. Those who have got the initiation, when they die, they feel more happiness at the time of their death, more happiness than they would feel at the time of their wedding. And many times Master tells in advance, maybe a couple of months before the disciple is supposed to leave the body, about his departure to the advanced soul, to those who do the meditation. And many times, just a couple of days before the disciple is about to leave the body, Master tells him about the departure to the soul who has not done a lot of meditation but has had faith in the Master. But if the disciple does not do the meditation after receiving the Naam from the Master, and if he goes on indulging in wine and the other pleasures of the world, why should Master come and receive him? Why should Master come and protect him at the time of the death if he has not followed the teachings of the Master and has not made his life according to the teachings of the Master? ਸਤਿਗੁਰੂ ਦਿਆਲੂ ਪੁਰਸ਼ ਹੁੰਦਾ ਹੈ, ਉਹ ਜ਼ਰੂਰ ਹਰ ਆਤਮਾ ਦੀ ਸੰਭਾਲ ਕਰਦਾ ਹੈ। ਸਾਡੇ ਜਾਤੀ ਤਜਰਬੇ ਹੈ ਕਿ ਨਾਮ ਅੰਤ ਵੇਲੇ ਮੋਹ ਨਹੀਂ ਰਹਿਣ ਦਿੰਦਾ ਗਾ। ਦੁਨੀਆ ਦੇ ਅੰਦਰ ਉਹ 1 ਸਕਿੰਟ ਵਾਸਤੇ ਵੀ ਰਹਿਣ ਵਾਸਤੇ ਬੰਦਾ ਤਿਆਰ ਨਹੀਂ ਹੁੰਦਾ ਗਾ। ਬਹੁਤ ਸਾਰੀਆਂ ਲੜਕੀਆਂ ਦੇ ਅੰਤ ਸਮੇਂ ਦੇਖੇ ਹੈ, ਉਹ ਬੱਚਿਆਂ ਨੂੰ ਦੁੱਧ ਨਹੀਂ ਦਿੰਦੀਆਂ, ਮਾਪੇ ਉਹਨਾਂ ਦੇ ਨੇੜੇ ਕਰਦੇ ਹੈ, ਛੋਟੇ ਛੋਟੇ ਬੱਚੇ ਹੈ, ਉਹ ਕਹਿੰਦੀਆਂ ਇਹਨਾਂ ਨੂੰ ਤੁਸੀਂ ਪਰੇ ਲੈ ਜਾਓ। ਉਹ ਬੁੜੀਆਂ ਕਹਿੰਦੀਆਂ ਹਨ, ਘਰ ਵਾਲੇ ਪਰਿਵਾਰ ਵਾਲੇ ਕਹਿੰਦੇ ਹੈ ਤੁਸੀਂ ਆਪਣੇ ਗੁਰੂ ਦੇਵ ਨੂੰ ਕਹੋ ਬੱਚੇ ਆਣੇ ਹੈ, ਕੁਛ ਅਰਸਾ ਹੋ ਰਹਿਣ ਦੇ ਦੇਣ। ਉਹ ਕਹਿਣ ਲੱਗੇ ਇਹਨਾਂ ਦਾ ਰਾਖਾ ਉਹੀ ਪਰਮਾਤਮਾ ਹੈ, ਅਸੀਂ ਇੱਥੇ ਰਹਿਣਾ ਪਸੰਦ ਨਹੀਂ ਕਰਦੀਆਂ। ਕਹਿਣ ਦਾ ਭਾਵ ਕਿ ਨਾਮ ਸਾਰੇ ਬੰਧਨ ਤੋੜ ਦਿੰਦਾ ਹੈ। ਆਖਰ ਦੇ ਵਕਤ ਦੁਨੀਆ 'ਚ ਕੋਈ ਮੋਹ ਨਹੀਂ ਰਹਿੰਦਾ, ਗੁਰੂ ਗੁਰੂ ਦਿਸਦਾ ਹੈ। But the Sadguru is a gracious being and he protects all the souls. This is my personal experience since I have seen the death of many people, that Naam does not leave any attachment. I have seen the death of many young women when they are about to leave the body. They do not feed their babies, if they are nursing, they do not nurse their babies, and the family members bring the children who are very young, very small, in front of that woman and tells that lady who is going to leave the body to feed her, to nurse her. But she says that no, take them away. And then the family members tell that lady who is going to leave the body, that you request your master that your children are still too young and there is nobody else who can take care of them. Request him so that he may keep you in this world for some more time. But Naam is such a thing which cuts all the attachment, all the bonds of the world, and it does not leave any attachment. That is why that person says that no, take them away, because their protector is Almighty God and He will take care of them. I do not have anything to do with them. आया माँ से अगहन अब छटा, अग की आन
छटा अग की हान हुई मल घटा। ਹੁਣ ਆਪ ਸਵਾਮੀ ਜੀ ਦਾ ਸ਼ਬਦ ਤੁਹਾਡੇ ਅੱਗੇ ਰੱਖਿਆ ਜਾਂਦਾ ਹੈ। ਆਪ ਕਹਿਣ ਲੱਗੇ ਇਨਸਾਨੀ ਜਾਮਾ ਆ ਗਿਆ। ਇਹ ਪ੍ਰਭੂ ਨੇ ਆਪਣੇ ਮਿਲਾਪ ਦਾ ਸਾਨੂੰ ਮੌਕਾ ਦਿੱਤਾ ਹੈ। ਜਦ ਸਾਨੂੰ ਸੰਤ ਸਤਿਗੁਰਾਂ ਤੋਂ ਨਾਮ ਸ਼ਬਦ ਦਾ ਭੇਦ ਮਿਲ ਜਾਂਦਾ ਹੈ, ਜਦ ਆਤਮਾ ਉਸ ਘੰਟੇ ਦੀ ਆਵਾਜ਼ ਨੂੰ, ਸ਼ਬਦ ਦੀ ਆਵਾਜ਼ ਨੂੰ ਸੁਣਦੀ ਹੈ, ਜੋਤੀ ਦੇ ਚਮਕਾਰੇ ਵੱਜਣੇ ਸ਼ੁਰੂ ਹੋ ਜਾਂਦੇ ਹੈ। ਆਤਮਾ ਦੀਆਂ ਜਿਤਨੀਆਂ ਵੀ ਮੈਲਾਂ ਹੁੰਦੀਆਂ ਹਨ ਉਹ ਸਭ ਧੁੱਪਣੀਆਂ ਸ਼ੁਰੂ ਹੋ ਜਾਂਦੀਆਂ ਹਨ। Swami Ji Maharaj's hymn is presented to you. He says that when God has given this human body to us, which is in fact an opportunity to meet Him, when God has given us this human birth, and when we are fortunate enough to come to the Master and take the initiation from Him, and when the sound of bell is started to sound in our within, the flashes of light have started coming in our within, then all the sins are washed away, all the clouds of sins go away when we start hearing the sound of the bell and when we start seeing the flashes of light. आया मास अगहने अब छटा अग की हान हुई मल घटा। मन हुआ निर्मल चित हुआ निश्चल काम क्रोध गए इंद्री निष्फल। ਜਦ ਸਾਡੀ ਸੁਰਤ ਤੀਸਰੇ ਤਿਲ ਤੇ ਇਕਾਗਰ ਹੋਣਾ ਸ਼ੁਰੂ ਹੋ ਜਾਂਦੀ ਹੈ, ਸ਼ਬਦ ਦੀ ਆਵਾਜ਼ ਨੂੰ ਪਕੜਦੀ ਹੈ, ਮਨ ਜਿਹੜਾ ਭਟਕਦਾ ਫਿਰਦਾ ਹੈ ਹਿਰਨ ਦੀ ਤਰ੍ਹਾਂ ਉਹ ਵੀ ਟਿਕ ਜਾਂਦਾ ਹੈ। ਜਿਤਨੀਆਂ ਇਸ ਦੀਆਂ ਮੈਲਾਂ ਹੁੰਦੀਆਂ ਸਭ ਧੁੱਪ ਜਾਂਦੀਆਂ ਹਨ, ਸਾਫ਼ ਹੋ ਜਾਂਦਾ ਹੈ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਜਦ ਅਸੀਂ ਪਹਿਲੀ ਮੰਜ਼ਿਲ ਤੇ ਚਲੇ ਜਾਂਦੇ ਹਾਂ ਇਹ ਵੀ ਸੌਂ ਜਾਂਦੇ ਹੈ, ਇਹਨਾਂ ਦਾ ਵੀ ਜ਼ੋਰ ਘਟ ਜਾਂਦਾ ਹੈ। ਲੇਕਿਨ ਸੂਖਸ਼ਮ ਦੇਸ਼ ਦੇ ਅੰਦਰ ਇਹ ਸੂਖਸ਼ਮ ਚੀਜ਼ਾਂ ਤੁਹਾਨੂੰ ਜ਼ਰੂਰ ਤੰਗ ਕਰਦੀਆਂ ਹਨ। When our soul starts getting still at the eye center, and when we start hearing the sound current, then all the dirts and sins of the minds are washed away, and he becomes pure and he calms down. When we reach the first plane, all this passions, lust, anger, greed, attachment and egoism, they also go to sleep and they bother us less. But we have to face them in their astral form when we go in the astral plane. मन हुआ निर्मल चित हुआ निश्चल काम क्रोध गए इंद्री निष्फल। तरन छोड़न सुरत चढ़ी आकाशा शब्द पाए आई महाकाशा। ਹੁਣ ਜਦ ਰੋਜ਼-ਰੋਜ਼ ਅਭਿਆਸ ਕਰਦੇ ਹਾਂ, ਆਤਮਾ ਇਸ ਪਿੰਡ 'ਚੋਂ, ਸਰੀਰ 'ਚੋਂ ਉੱਠ ਕੇ 9 ਦੁਆਰਿਆਂ ਨੂੰ ਖਾਲੀ ਕਰਕੇ ਆਕਾਸ਼ ਕਿਆ ਸ਼ਬਦ ਦੇ ਨਾਲ ਜੁੜ ਜਾਂਦੀ ਹੈ। ਕਿਉਂਕਿ ਆਤਮਾ ਜਦ ਵੀ ਪਰਮਾਤਮਾ ਦੇ ਪਾਸ ਜਾਏਗੀ ਸ਼ਬਦ 'ਤੇ ਸਵਾਰ ਹੋ ਕੇ ਜਾਏਗੀ। Now he says that when we do the meditation daily, after rising above from this body and vacating the 9 openings, our soul goes in the sky. It means that it gets attached to the Shabad. Whenever our soul will go back to Almighty Lord, it will always go after climbing the Shabad, after riding on the Shabad. तरन छोड़ सुरतन चढ़ी आकाशा शब्द पाए आई महाकाशा। शब्द संग नित करे बिलासा देखे अचरज ਬਿਮਲ ਤਮਾਸ਼ਾ। ਹੁਣ ਆਪ ਕਹਿੰਦੇ ਜੋ ਖੁਸ਼ੀ ਆਤਮਾ ਨੂੰ ਅੰਦਰ ਸ਼ਬਦ ਦੇ ਨਾਲ ਜੁੜ ਕੇ ਹੁੰਦੀ ਹੈ ਉਹ ਬਿਆਨ ਨਹੀਂ ਕਰੀ ਜਾ ਸਕਦੀਗੀ, ਉਹਦੀ ਮਹਿਮਾ ਦੱਸੀ ਨਹੀਂ ਜਾ ਸਕਦੀ। ਜਿਸ ਤਰ੍ਹਾਂ ਗੂੰਗਾ ਆਦਮੀ ਗੁੜ ਖਾ ਲੈਂਦਾ ਹੈ ਉਹ ਸਵਾਦੀਆਂ ਕੱਛੇ ਵਜਾ ਸਕਦਾ, ਦੱਸ ਨਹੀਂ ਸਕਦਾਗਾ। Now he says that the happiness which the soul gets after getting attached to the Shabad cannot be described. Its glory cannot be described. It is like the description which a dumb man can
do of the rock candy, he can only express his happiness through his gestures, but he cannot speak. In the same way, when the soul gets attached to the Shabad, that happiness cannot be described in words. ਜਿਸ ਤਰ੍ਹਾਂ ਅੱਜ ਸਾਨੂੰ ਅੰਦਰ ਜਾਣਾ ਮੁਸ਼ਕਿਲ ਹੈ, ਬਾਹਰਲੇ ਵਿਸ਼ੇ ਵਿਕਾਰਾਂ ਦੇ ਜਿਹੜੇ ਰਸ ਹੈ ਇਹ ਛੱਡਣੇ ਔਖੇ ਹੋਏ ਪਏ ਹੈ। ਜਦ ਅਸੀਂ ਇੱਕ ਵਾਰੀ ਸ਼ਬਦ ਦੇ ਨਾਲ ਅਟੈਚ ਹੋ ਜਾਂਦੇ ਹਾਂ, ਅੰਦਰ ਚਲੇ ਜਾਂਦੇ ਹਾਂ, ਫਿਰ ਇਹਨਾਂ ਵਿਸ਼ੇ ਵਿਕਾਰਾਂ ਨੂੰ ਅੰਗੀਕਾਰ ਕਰਨਾ ਹੀ ਮੁਸ਼ਕਿਲ ਹੈ, ਬਾਹਰ ਆਉਣਾ ਹੀ ਔਖਾ ਹੋ ਜਾਂਦਾ ਹੈ। As it is difficult for us now to go in the within and give up the pleasures of the outer pleasures and the passions, but when for once, even for once, our soul gets attached to the Shabad and we start enjoying the inner bliss, then it becomes difficult for us to come outside, and then it becomes very difficult for us to accept all the outer pleasures. ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਚਿਰ ਹੀ ਖੇਡਦੀਆਂ ਹੈ ਜਿੰਨਾ ਚਿਰ ਸ਼ਾਦੀ ਨਹੀਂ ਹੁੰਦੀ ਗੀ। ਜਦ ਸ਼ਾਦੀ ਹੁੰਦੀ ਹੋ ਜਾਂਦੀ ਹੈ, ਕੌਣ ਗੁੱਡੀਆਂ ਪਟੋਲਿਆਂ ਨੂੰ ਸਾਂਭ ਕੇ ਰੱਖਦਾ ਹੈ? ਉਹਦਾ ਚਿੱਤ ਪਤੀ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ। The girls play with the dolls and the toys as long as they are not married, but when they get married, who wants to play with the toys and dolls? Because then the mind of the girl gets attached to the feet of her husband. ਮਹਾਤਮਾ ਸਾਨੂੰ ਦੱਸਦੇ ਹੈ ਕਿ ਫਿਰ ਤੇ ਇਹ ਹਾਲਤ ਹੋ ਜਾਂਦੀ ਹੈ, ਛੱਡ ਦੇ ਖੇਡ ਗੁੱਡੀਆਂ ਵਾਲੀ, ਹੁਣ ਹੋਈਆਂ ਮਟਿਆਰ ਕੁੜੇ, ਕਿਉਂ ਕੁਆਰੀਆਂ ਦੇ ਸੰਗ ਖੇਡੇ, ਜਿਨ੍ਹਾਂ ਕੰਤ ਨਾ ਸਾਰ ਕੁੜੇ। ਕੁਆਰੀਆਂ ਉਹਨਾਂ ਆਤਮਾ ਨੂੰ ਕਿਹਾ ਗਿਆ ਜਿਨ੍ਹਾਂ ਨੂੰ ਗੁਰੂ ਨਾਮ ਨਹੀਂ ਮਿਲਿਆ। ਸੁਹਾਗਣਾ ਸ਼ਾਦੀशुदियाँ ਉਹਨਾਂ ਆਤਮਾ ਨੂੰ ਕਿਹਾ ਗਿਆ ਹੈ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਨਾਮ ਮਿਲ ਗਿਆ ਹੈ। Then the condition of our soul becomes like this, as the Mahatmas say, that oh girl, give up playing with the toys and dolls. Now you have been married. Why do you play with those unmarried girls who have not known the glory of the husband? The unmarried girls are those souls who have not been initiated, those who have not received the master, and the married girls are those souls who have got Naam, who have got the master. शब्द संग नित करे बिलासा, देखे अचरज विमल तमाशा। छोड़ा यह कर पकड़ा वह कर, खोया जग को पाया सतगुर। ਹੁਣ ਐਸ ਮੰਡਲ ਦੇ ਘਰ ਨੂੰ ਛੱਡ ਦਿੱਤਾ, ਸੱਚਖੰਡ ਨੂੰ ਪਕੜ ਲਿਆ, ਦੁਨੀਆ ਨੂੰ ਛੱਡ ਦਿੱਤਾ, ਗੁਰੂ ਨੂੰ ਪਕੜ ਲਿਆ ਹੈ। Now she has left the home of this plane and has got hold of Sachkhand. She has left the world and she has got hold of the master. ਗੁਰੂ ਨਾਨਕ ਸਾਹਿਬ ਕਹਿੰਦੇ ਆ, ਅਗਰ ਜੇ ਤੁਸੀਂ ਇਸ ਦੁਨੀਆ ਦਾ ਪਿਆਰ ਨਾ ਛੱਡੋਗੇ, ਵਕਤ ਆਉਣੇ 'ਤੇ ਤੁਹਾਨੂੰ ਕਾਲ ਦਾ ਦੂਤ ਜਿਹੜਾ ਹੈ ਉਹ ਤੁਹਾਡੀ ਮਰਜ਼ੀ ਤੋਂ ਖਿਲਾਫ ਇਹ ਦੁਨੀਆ ਦਾ ਪਿਆਰ ਛੁਡਾ ਦੇਵੇਗਾ। ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ, ਸਹਾਇਤਾ ਨਹੀਂ ਕਰਨੀ। Guru Nanak Sahib says that if you will not give up the love of this world by yourself, then the time will come when the messenger of negative power, when the angel of negative power will come and will force you to leave the love and attachment of this world. And at that time nobody will come to help you, nobody will come to your rescue. छोड़ा यह घर पकड़ा वह कर, खोया जग को पाया सतगुर। जब से सतगुर सरना लीना, सतनाम तूने घट में चीना। ਇਹ ਹੁਣ ਪ੍ਰੇਮੀਆਂ ਦਾ ਮਾਰਗ ਹੈ, ਆਸ਼ਕਾਂ ਦਾ ਮਾਰਗ ਹੈ। ਪ੍ਰੇਮੀ ਆਸ਼ਿਕ ਜਦ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੈ, ਉਹ ਉੱਥੋਂ ਜੋਗਰੀ ਹੋ ਜਾਂਦੇ ਹੈ। ਆਪ ਕਹਿਣ ਲੱਗੇ ਕਿ ਜਦ ਅੰਦਰ ਸ਼ਬਦ ਤੁਹਾਨੂੰ ਪ੍ਰਗਟ ਹੋ ਗਈ ਤਾਂ ਅਸੀਂ ਦੁਨੀਆ ਨੂੰ ਭੁੱਲ ਗਏ, ਹੁਣ ਗੁਰੂ ਹੀ ਗੁਰੂ ਸਾਡੇ ਸਾਹਮਣੇ ਹੈ, ਸ਼ਬਦ ਅੰਦਰ ਪ੍ਰਗਟ ਹੈ, 24 ਘੰਟੇ ਦਿਲ ਨੂੰ ਖੁਸ਼ੀ ਹੈ। This is the path of the love, this is the path of the lovers. When the lovers come to the masters, they remain only for the master, they only become of the master. And then they say,
that when the Shabad is manifested within us, when the Master is manifested within us, we are content with that, and we do not see anything else except our Master. Everywhere there is only our Master. जब से सतगुर सरना लीना सतनाम तुने घट में चीना तन सतगुर तन उनकी संगत जिन प्रताप पाई मैं ये गत। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਜਦ ਆਸ਼ਿਕ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੈ ਉਹਨਾਂ ਨੂੰ ਪ੍ਰੇਮ ਦਾ ਰੰਗ ਸੰਤ ਸਤਿਗੁਰੂ ਚਾੜ ਦਿੰਦੇ ਹੈ। ਫਿਰ ਉਹ ਪ੍ਰੇਮੀ ਕੀ ਕਹਿੰਦੇ ਹੈ, ਧੰਨ ਹੈ ਗੁਰੂ, ਧੰਨ ਜਿਹੜਾ ਸਾਨੂੰ ਥੋੜ੍ਹਾ ਘਣਾ ਚਿਰ ਇਹਦੀ ਸੋਭਤ ਦੇ ਵਿੱਚ ਬੈਠਣ ਦਾ ਮਿਲਿਆ। ਇਸ ਵਾਸਤੇ ਇਹਦੀ ਸੰਗਤ ਵੀ ਧੰਨ ਹੈ ਕਿਉਂਕਿ ਸਾਡਾ ਮਿਲਾਪ ਇਹਦੀ ਸੋਭਤ ਤੋਂ ਹੀ ਪ੍ਰਮਾਤਮਾ ਨਾਲ ਹੋਇਆ। Now Swamiji Maharaj said that when the lover souls take refuge in the masters dye them in the color of Naam, and after that those souls say that great is our Master, and we are very grateful that we have been given the opportunity of spending time in the company of the Master, and whatever wealth of devotion we got, whatever we achieved, it was only after spending time in the company of this great Master. धन सतगुर धन उनकी संगत जिन प्रताप पाई मैं ये गत कर सतसंग काज किया पूरा पाप न से मनो खाया तूरा। ਹੁਣ ਆਪ ਕਹਿੰਦੇ ਮੈਂ ਗੁਰੂ ਦੀ ਸੰਗਤ ਗੁਰੂ ਦੀ ਸੋਭਤ ਕਰਕੇ ਇਹ ਫਲ ਪਾਇਆ ਕਿ ਮੇਰੇ ਅੰਦਰੋਂ ਪਾਪ ਜਿਹੜੇ ਸਨ ਉਹ ਸਾਰੇ ਹੀ ਗੁਰੂ ਨੇ ਦਇਆ ਕਰਕੇ ਕੱਢ ਦਿੱਤੇ ਹੈ। ਹੁਣ ਮੇਰਾ ਜਿਹੜਾ ਪਿਆਰ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਹੀ ਲੱਗਿਆ ਹੈ। 24 ਘੰਟੇ ਜਵਾਨ ਤੇ ਗੁਰੂ ਦਾ ਨਾਮ ਹੈ। ਅੱਖਾਂ ਦੇ ਅੱਗੇ ਉਹ ਗੁਰੂ ਦੀ ਮਨਮੋਹਣੀ ਸੂਰਤ ਫਿਰ ਰਹੀ ਹੈ। Now he says that by going in the company of the Master, by remaining in the association of the Master, what benefit did I gain? Graciously, Master removed all the sins from my within, and now I have taken refuge in the feet of the Master, and 24 hours a day I remember on my tongue there is the repetition of the name of the Master, there is a Simran of the Master, and always in front of my eyes I have that attractive form of my Master. कर सतसंग काज किया पूरा पाप न से मनो खाया तूरा पाप पुण्य दो गए न साई भगत पाओ जीव हृदय समाई। ਹੁਣ ਕਹਿਣ ਲੱਗੇ ਨਾ ਮੇਰੇ ਅੰਦਰ ਕੋਈ ਪਾਪ ਦੀ ਇੱਛਾ ਰਹੀ ਹੈ ਨਾ ਕੋਈ ਪੁੰਨ ਦੀ ਰਹੀ ਹੈ। ਮੇਰੇ ਅੰਦਰ ਗੁਰੂ ਦਾ ਪਿਆਰ ਹੈ, ਗੁਰੂ ਦਾ ਹੀ ਡਰ ਹੈ ਔਰ ਗੁਰੂ ਦਾ ਹੀ 24 ਘੰਟੇ ਸੁੱਤੇ ਜਾਗਦੇ ਅੰਦਰ ਖਿਆਲ ਹੈ। Now he says that neither I have the desire of any sins, nor I have the desire of any virtues, and I don't have any fears in my within. The only thing which I have in my within is the love for the Master and the fear of the Master, and 24 hours a day, all the times, I have the remembrance of the Master. पाप पुण्य दो गए न साई भगत पाओ जीव हृदय समाई। अब यह सत्संग गुर का पावे हिल मिल चरण माहे लिपटावे। ਹੁਣ ਆਪ ਕਹਿੰਦੇ ਆ ਅਗਰ ਕੋਈ ਪਾਪੀ ਵੀ ਸਤਿਗੁਰੂ ਦੀ ਸੰਗਤ ਔਰ ਸੋਭਤ ਦੇ ਵਿੱਚ ਆਵੇ ਉਹਦਾ ਵੀ ਬੇੜਾ ਪਾਰ ਹੋ ਜਾਂਦਾ ਹੈ ਕਿਉਂਕਿ ਸੰਤ ਸਤਿਗੁਰੂ ਬਖਸ਼ਣ ਲੱਗੇ ਇਹ ਨਹੀਂ ਵੇਂਦੇ ਕਿ ਇਹ ਪਾਪੀ ਹੈ ਜਾਂ ਇਹ ਪੁੰਨੀ ਹੈ। Now he says that even if a sinner comes to the Master, takes refuge in the Master, he can also take his boat across, he can also cross this ocean of life, because Saint Sadguru does not hesitate in forgiving
And while they are forgiving, they do not see whether he is a sinner or he is full of virtues. ਸੰਤ ਸਤਿਗੁਰੂ ਨਾਮ ਦੇਣ ਵੇਲੇ ਕਦੇ ਗਲਤੀ ਨਹੀਂ ਖਾਂਦੇਗੇ। ਜਦ ਵੀ ਜੀਵ ਉਹਨਾਂ ਦੇ ਸ਼ਰਨ ਵਿੱਚ ਆਉਂਦਾ ਹੈ ਉਹ ਇਸ ਤਰ੍ਹਾਂ ਉਸ ਦਾ ਕਰਮ ਦੇਖ ਲੈਂਦੇ ਆ, ਜਿਸ ਤਰ੍ਹਾਂ ਕੱਚ ਦੇ ਗਲਾਸ ਅੰਦਰ ਕੋਈ ਇਲਾਇਚੀਆਂ ਪਈਆਂ ਹੁੰਦੀਆਂ ਹੈ। ਦੇਖ ਲੈਂਦੇ ਆ ਕਿ ਇਸ ਨੇ ਕਿੰਨਾ ਕਾਲ ਦਾ ਕਰਜ਼ਾ ਦੇਣਾ ਹੈ ਔਰ ਕਿਸ ਤਰ੍ਹਾਂ ਇਸ ਦਾ ਕਰਜ਼ਾ ਲੈ ਸਕਦਾ ਹੈ। Sant Sadgurus do not make any mistake while initiating the souls. When the soul comes in front of the master, they can see the karmas of the soul very clearly, like we can see the cardamom seeds in the glass. In the same way, they can see the karmas of the souls, and they know that how much burden of the karma he has of the negative power and how much he has to pay to negative power, and in which way they can pay off the karma to the negative power. अब यह सत्संग गुर का पावे, हिल मिल चरण माहे लिपटावे, चरण सेव चरण अमृत पीवे, गुर प्रसादी खानित जीवे। स्वामी जी महाराज दे वक्त ਇਹ ਰਿਵਾਜ ਸੀਗਾ ਕਿ ਸ਼ਾਮ ਨੂੰ ਪ੍ਰੇਮੀ ਲੋਕਾਂ ਨੇ ਅਰਜ਼ ਕਰਕੇ ਇਹ ਮਨਜ਼ੂਰ ਕਰਾ ਲਿਆ ਸੀਗਾ ਕਿ ਉਹਨਾਂ ਦੇ ਚਰਨ ਧੋ ਕੇ ਥੋੜ੍ਹਾ ਥੋੜ੍ਹਾ ਹੋਰ ਪਾਣੀ ਰਲਾ ਕੇ ਸਾਰੇ ਪੀਂਦੇ ਸਨ। ਉਹਨਾਂ ਦੀ ਜੂਠੀ ਪ੍ਰਸ਼ਾਦੀ ਲੰਗਰ 'ਚ ਪਾ ਕੇ ਲੰਗਰ ਛਕਦੇ ਸਨ। ਇਹ ਉਸ ਵੇਲੇ ਰਿਵਾਜ ਸੀਗਾ। ਇਹ ਉਹਨਾਂ ਦੀ ਬੜੀ ਭਾਰੀ ਦਇਆ ਸੀ। ਇਹ ਆਸ਼ਕਾਂ ਪ੍ਰੇਮੀਆਂ ਨੇ ਉਹਨਾਂ ਤੋਂ ਮਨਜ਼ੂਰੀ ਲਈ ਹੋਈ ਸੀ। ਇਸ ਵਾਸਤੇ ਪ੍ਰਸ਼ਾਦੀ ਦਾ ਬੜਾ ਭਾਰਾ ਮਹਿਮਾ ਹੈ। ਪ੍ਰਸ਼ਾਦੀ ਹੁੰਦੀ ਹੈ ਗੁਰੂ ਦੀ ਕਿਰਪਾ, ਉਹਦੇ ਵਿੱਚ ਗੁਰੂ ਦੀ ਬੜੀ ਭਾਰੀ ਦਇਆ ਹੁੰਦੀ ਹੈ। ਲੇਕਿਨ ਸਵਾਲ ਹੁੰਦਾ ਹੈ ਅੱਗੇ ਸਾਡੀ ਸ਼ਰਧਾ ਦਾ ਔਰ ਸਾਡੇ ਪਿਆਰ ਦਾ। It was the custom in Swamiji Maharaj's time, and by requesting Swamiji Maharaj, they had got this permission from him that every evening they would wash the feet of Swamiji Maharaj and mix that water with some other water and would distribute among the dear ones, and they would mix the leftover food of Swamiji Maharaj in the langar food and would take, and all the dear ones would take that as the prasad. And requesting to Swamiji Maharaj, they had got this permission, and Swamiji Maharaj was very gracious and very kind to give them this permission. The importance of prasad is very great. Prasad is the name of grace of the master, but it depends upon the person who receives the prasad. It depends upon the faith, love and devotion of the dear one who is receiving the prasad. ਮਹਾਰਾਜ ਸਾਵਣ ਸਿੰਘ ਭਰੀ ਸੰਗਤ ਦੇ ਅੰਦਰ ਸੁਣਾਉਂਦੇ ਹੁੰਦੇ ਸੀਗੇ ਕਿ ਜਦ ਮੈਂ ਆਗਰੇ ਗਿਆ ਉੱਥੇ ਸਵਾਮੀ ਜੀ ਦਾ ਭਾਈ ਜਿਹੜੇ ਸ਼ੇਠ ਪ੍ਰਤਾਪ ਸਿੰਘ ਸਨ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਆਪਣੇ ਚਰਨ ਧੋ ਕੇ ਪਿਆਓ, ਮੈਨੂੰ ਪੀ ਲੈਣ ਦਿਓ, ਮੇਰੇ ਦਿਲ ਅੰਦਰ ਬੜੀ ਤੜਫ ਲੱਗੀ ਹੋਈ ਹੈ। ਉਹ ਕਹਿਣ ਲੱਗੇ ਕਿ ਮੇਰੇ ਕੋਲ ਇਤਨੀ ਕਮਾਈ ਨਹੀਂ ਕਿ ਜਿਹੜੀ ਮੈਂ ਤੁਹਾਨੂੰ ਦੇ ਦੇਵਾਂ। ਹਾਂ, ਤੁਹਾਨੂੰ ਮੈਂ ਦੁਨਿਆਵੀ ਪ੍ਰਸ਼ਾਦੀ, ਬਾਹਰੀ ਪ੍ਰਸ਼ਾਦੀ, ਹੋਰ ਪ੍ਰਸ਼ਾਦੀ ਦੇ ਸਕਦਾ ਹਾਂ। ਉਹਨਾਂ ਨੂੰ ਕੁਛ ਕੱਪੜੇ ਦਿੱਤੇ ਕਿਉਂਕਿ ਉਹਦੇ ਅੰਦਰ ਵੀ ਬੜੀ ਭਾਰੀ ਦਇਆ ਹੁੰਦੀ ਹੈ। ਅਗਰ ਸੰਤ ਸਤਿਗੁਰੂ ਸਾਨੂੰ ਕੋਈ ਕੱਪੜਾ ਦੇਣ ਜਾਂ ਕੋਈ ਹੋਰ ਹੀ ਵਸਤੂ ਦੇ ਦੇਣ ਉਹਦੇ ਅੰਦਰ ਵੀ ਬੜੀ ਭਾਰੀ ਦਇਆ ਹੁੰਦੀ ਹੈ। Master Sawan Singh Ji used to tell in front of the whole Sangat that when he went to Agra to see Swamiji Maharaj's brother Seth Pratap Singh, he requested him to let him wash his feet and drink that prasad water. But Seth Pratap Singh said that no, I don't have that much meditation that I can give you, but if you want I can give you some other prasad, some outer form of the prasad. And graciously he gave Baba Sawan Singh some clothes, and in that also he gave a lot of grace to him, because when the saint Sadgurus, when the masters give us any clothes or any of their belongings, in that also they give us a lot of grace. ਮਹਾਰਾਜ ਸਾਵਣ ਸਿੰਘ ਇੱਕ ਆਪਣਾ ਚਸ਼ਮਦੀਦ ਵਾਕਿਆ ਹੋਰ ਆਗਰੇ ਦਾ ਦੱਸਦੇ ਹੁੰਦੇ ਸੀਗੇ ਕਿ ਉੱਥੇ ਦੋ ਬਾਪ ਬੇਟਾ ਰਹਿੰਦੇ ਸਨ। ਮਹਾਮਾਰੀ ਦੀ ਬਿਮਾਰੀ ਪਈ ਸੀਗੀ। ਜਿਹੜਾ ਲੜਕਾ ਸੀਗਾ ਉਹ ਮਰਨ ਲੱਗਿਆ। ਪਿਤਾ ਰੋਣ ਲੱਗਿਆ। ਉਹ ਕਹਿਣ ਲੱਗਿਆ ਕਿਉਂ ਪਿਤਾ ਤੂੰ ਰੋਣਾ ਹੈ? ਉਹ ਕਹਿਣ ਲੱਗਿਆ ਤੂੰ ਮੇਰਾ ਇੱਕੋ ਇੱਕ ਲੜਕਾ ਹੈ, ਤੂੰ ਹੀ ਸੰਸਾਰ ਛੱਡ ਰਿਹਾ ਹੈ, ਮਰ ਰਿਹਾ ਹੈ। ਉਹ ਕਹਿਣ ਲੱਗਿਆ ਨਹੀਂ, ਮੈਂ ਮਰ ਨਹੀਂ ਰਿਹਾ, ਮੈਂ ਜਿਉਂ ਰਿਹਾ ਹੈ।
मैं पिछले जन्म के अंदर किकर दा दरखत सी, स्वामी जी की सेवा के अंदर किसी ने दातन मेरी ला दी, मैं इन्हां दी रसना ते चढ़न करके मैनू इंसान का जामा मिलिया, लेकिन बुद्धि फिर भी जड़ रही। हुण मैं इन्हां दी दया दे नाल, इन्हां दी किरपा दे नाल स्वामी जी दे अगला जन्म पूरा इंसान का पाऊँगा और नाम लेके अपने घर सचखंड जाऊँगा। इस वास्ते मैं मरन नहीं लग्या, जिउण लग्या हाँ। Master Sawan Singh Ji used to relate an incident to which he was eyewitness. He used to say that there were a father and son in Agra, and they both were initiate of Swamiji Maharaj, and there was some disease spread all over, and because of that disease the son was about to leave his body. The father started weeping. The son asked him that why are you weeping? He replied that since you are my only son and you are going to take care of my worldly affairs after me, that is why I am weeping, because now you are going to die and I will lose you. That son said that don't weep, don't mourn over my death, because I am not going to die. I am going to get a new life. Then he said that in my past birth I was a tree and somebody brought a branch of me, a little piece of me to Swamiji Maharaj, which he used as a toothbrush, and because of his grace I got the human birth in this lifetime. But still, because I had come from the body of tree, my intellect was not that sharp. I was still having the dull intellect like the tree, and that is why I did not make use of this birth. Now I am going to get one more birth in which I will get the perfect master and the Naam, and which will become the cause of my liberation. So you should not mourn over my death, because I am not going to die. I am going to get a new birth. एक वक्त की गल है, परम पिता कृपाल अपनी मौज विच मेरे आश्रम विच खड़े सन। उन्हां दीयां बड़ियां अखां दया भरियां सन और मैं दसदा हुंदा है कि जद वो मेरे कोल जांदे सन मैं उन्हां दे प्यार विच अद्धा पागल हो जांदा सीगा। मैं वध तो वध उन्हां दे कोले अपने आप नूं 40 दिन दा बच्चा ही समझदा सीगा। जद मैं उन्हां दी अखां दया भरियां देखियां, उस मौके तो फायदा उठाउंदिया मैं उन्हां दे पैर दा रेता चुक लिया। वो कहण लगे, हाँ बई ये तू की करेगा? तो मैनू आदत सी कविता बोलण दी, तो मैं हस के उन्हां नूं कहा, तेरी सजरी पैड़ दा रेता चुक चुक लाला हिक नूं प्यारिया, वो तेरे 5 शब्दां ने मैनू तारिया। वो उन्हां दे मुबारक चरनां दी तूड़ी मैं अजे भी कीमती समझ के अपने कोले रखी हुई है, क्योंकि उन्हां दी प्रसादी है। It so happened that once when Master Kripal was visiting my ashram, he was very gracious, his eyes were full of grace. And as I have said very often, that whenever Master would visit me over there, I would become like half crazy. This was because of his presence that I would feel in that condition. So I took some sand, some dust on which he had stepped recently, just then, and when I took that, Master asked me that what I was going to do with that. Since I had the habit of saying the poetry, I made up some words and I said in the form of poetry that the fresh dust of your feet I will take and put on my heart, because your 5 sacred words have liberated me. And since that dust was his prasad, something which was touched by him and blessed by him, I still have that and I still consider that as prasad. ਉਹਨਾਂ ਦੀ ਤਾਂ ਪ੍ਰਸ਼ਾਦੀ ਦੇ ਅੰਦਰ ਅਪਾਰ ਕਿਰਪਾ ਹੁੰਦੀ ਹੈ, ਦਇਆ ਹੁੰਦੀ ਹੈ। ਸਵਾਲ ਸਾਡਾ ਹੈ ਕਿ ਅਸੀਂ ਉਸ ਨੂੰ ਕਿਸ ਭਾਵਨਾ ਨਾਲ ਖਾਂਦੇ ਹਾਂ, ਜਾਂ ਸਾਡੇ ਅੰਦਰ ਉਸ ਪ੍ਰਸ਼ਾਦੀ ਦੀ ਕਿਤਨੀ ਕੁ ਕਦਰ ਹੈ। In the prasad given by the master, there is the limitless grace and blessings of the master, but it all depends upon our receptivity. It depends upon us that with how much faith and love we eat that prasad. चरण सेव चरणामृत पीरे, गुर प्रसादि खानित जीवे। दर्शन करे बचन पुन सुने, फिर सुन सुन नित मन में गुने। ਕੀ ਕਰੇ ਗੁਰੂ ਦੇ ਸਤਸੰਗ ਦੇ ਵਿੱਚ ਜਾ ਕੇ, ਜੋ ਉਹ ਮੂੰਹ 'ਚੋਂ ਬੋਲਦੇ ਹੈ ਉਸ ਨੂੰ ਇਲਾਹੀ ਬਾਣੀ ਸਮਝੇ, ਜੋ ਉਹ ਕਹਿ ਰਹੇ ਹੈ ਉਸ ਦੇ ਉੱਤੇ ਅਮਲ ਜ਼ਰੂਰ ਕਰੇ, ਕਿਉਂਕਿ ਸਾਨੂੰ ਸੰਤ ਸਤਿਗੁਰੂ
ਸਾਡੀ ਬਾਹਰੀ ਜ਼ਿੰਦਗੀ ਨੂੰ ਪਵਿੱਤਰ ਬਣਾਉਣ ਵਾਸਤੇ ਹਮੇਸ਼ਾ ਕਹਿੰਦੇ ਹੈ ਕਿ ਤੁਹਾਡੇ ਅੰਦਰ 5 ਡਾਕੂ ਹੈ, ਇਹ ਤੁਹਾਡੇ ਘਰ ਨੂੰ ਲੁੱਟੀ ਜਾ ਰਹੇ ਹੈ, ਤੁਸੀਂ ਨੇਕ ਪਾਕ ਪਵਿੱਤਰ ਜ਼ਿੰਦਗੀ ਬਤੀਤ ਕਰੋ। ਸਾਡਾ ਹੱਕ ਬਣਦਾ ਹੈ ਜੋ ਉਹ ਕਹਿ ਰਹੇ ਹੈ ਉਸ ਦੇ ਉਹਨਾਂ ਗੱਲਾਂ ਦੇ ਉੱਤੇ ਅਮਲ ਕਰੀਏ। What should one do after going in the satsang of the master? He should take every single word which master speaks as the divine word, as the divine commandment, and whatever master says in the satsang, one should try to follow that, one should live up to that, because masters always try their best to make our outer life as pure as possible, because they tell us that there are 5 dacoits in your within and they are plundering you, they are defying you, making your within dirty, and they always emphasize on making our within pure and holy. So it is very important and necessary for all the dear ones that whatever master says, to follow that and to live up to the words of the master. दर्शन करे बचन पुन सुनी, फिर सुन सुन नित मन में गुने, गुन गुन छाट ले उन सारा, सार तार तिस करे आहारा। ਹੁਣ ਆਪ ਕਹਿੰਦੇ ਆ ਕਿ ਸਤਸੰਗ ਦੇ ਵਿੱਚ ਬੈਠ ਕੇ ਇਹ ਵਿਚਾਰ ਕਰੇ ਕਿ ਜੋ ਕੁਛ ਇਹ ਕਹਿ ਰਹੇ ਹੈ ਕਿ ਮੇਰੇ ਤੇ ਘਟਦਾ ਹੈ, ਅਗਰ ਘਟਦਾ ਹੈ ਤਾਂ ਸਾਨੂੰ ਉਹ ਐਬ ਜਿਹੜੇ ਹੈ ਛੱਡ ਦੇਣੇ ਚਾਹੀਦੇ ਹਨ। Now he says that sitting in the satsang, one should think over the words of the master and see whether it applies to me or not, and if it applies to them, they should give up those bad habits. गुन गुन छाट ले उन सारा, सार तार तिस करे आहारा, कर आहार पुष्ट हुआ पाई, जग पौला जे अब गई नसाई। ਹੁਣ ਆਪ ਕਹਿੰਦੇ ਆ ਪ੍ਰੇਮੀ ਵਾਸਤੇ ਸੰਤਾਂ ਦੇ ਜਿਹੜੇ ਬਚਨ ਹੈ ਉਹ ਖੁਰਾਕ ਹੁੰਦੇ ਹੈ ਆਤਮਾ ਦੀ। ਉਹਨਾਂ ਬਚਨਾਂ ਨੂੰ ਰੋਜ਼ ਸੁਣ ਕੇ ਆਤਮਾ ਬਲਵਾਨ ਹੋ ਜਾਂਦੀ ਹੈ। ਹੁਣ ਲੋਕ ਲਾਜ ਜਿਹੜੀ ਹੈ ਉਹ ਪਰ ਲਾ ਕੇ ਉੱਡ ਜਾਂਦੀ ਹੈ, ਕੋਈ ਲੋਕ ਲਾਜ ਨਹੀਂ। ਹੁਣ ਗੁਰੂ ਹੈ, ਗੁਰੂ ਦਾ ਨਾਮ ਹੈ। Now he says that for the lover, the words of the masters is like food for their soul, and by eating that food every day, the soul becomes strong and brave, and then there remains no worry for the public shame and public criticism. Public criticism and shame flies away with the wings, and then only the remembrance and the love for the master remains there. ਹੁਣ ਅਸੀਂ ਦੁਨੀਆ ਨੂੰ ਵੱਡੀ ਸਮਝਦੇ ਹਾਂ, ਸਮਾਜਾਂ ਨੂੰ ਵੱਡੇ ਸਮਝਦੇ ਹਾਂ। ਜਦ ਸਾਨੂੰ ਰੰਗ ਚੜ੍ਹ ਜਾਂਦਾ ਹੈ ਫਿਰ ਅਸੀਂ ਗੁਰੂ ਨੂੰ ਮੁੱਖ ਰੱਖਦੇ ਹਾਂ। ਪਹਿਲਾ ਕੰਮ ਗੁਰੂ ਦਾ, ਬਾਅਦ ਵਿੱਚ ਦੁਨੀਆ ਦਾ। Now we understand the world as greater than master, the religions as greater than the master, but when we get dyed in the color of the Naam, of the law, then we give priority, the first priority to the master and to the work of the master, and then comes the number of the world. ਸੂਫੀ ਸੰਤ ਬੁੱਲੇ ਸ਼ਾਹ ਨੇ ਕਿਹਾ ਸੀ, ਇੱਧਰ ਮਜਵਾਂ ਦਾ ਖਾੜਾ, ਉੱਧਰ ਗੁਰੂ ਦਾ ਦਵਾਰਾ, ਤੂੰ ਲਗਨ ਲਗਾ ਲਾ ਇੱਕ ਪਾਸੇ, ਦੋ ਬੇੜੀਆਂ ਵਾਲਾ ਡੁੱਬ ਮਰਦਾ, ਤੂੰ ਪੈਰ ਟਕਾ ਲਾ ਇੱਕ ਪਾਸੇ। Sufi Sant Bulle Shah had said that on one side there are the bonds of religion, and on the other side there is the abode of the beloved. You get attached yourself to the master and you put your both the feet in one boat, because those who try to cross the river with their feet in 2 different boats, they always drown. ਨਾਲੇ ਲੋੜਦਾ ਗੁਰੂ ਦੀਆਂ ਪ੍ਰੀਤਾਂ ਨੂੰ, ਨਾਲੇ ਪਿੱਟਦਾ ਪ੍ਰਾਣੀਆਂ ਰੀਤਾਂ ਨੂੰ। 2 ਘਰਾਂ ਦਾ ਪ੍ਰਾਹੁਣਾ ਭੁੱਖਾ ਮਰਦਾ, ਜਿੱਧਰ ਮਿਲਦੀ ਤੂੰ ਖਾ ਲੈ ਇੱਕ ਪਾਸੇ। Further he says that on one side you are craving for the love of the world, and on the other side you are desiring to have the love for the master. The guest of 2 different homes does not get food anywhere. You go and eat wherever you can get. कर आहार पुष्ट हुआ पाई, जग पौला जे अब गई नसाई, गुर भगति जानो इश्क गुरु का,
मन में तसा सुरत में पक्का। ਗੁਰੂ ਦੀ ਭਗਤੀ ਕਰਨੀ ਆਸ਼ਕਾਂ ਦਾ ਕੰਮ ਹੈ। ਆਸ਼ਕਾਂ ਨੂੰ ਗੁਰੂ ਦਾ ਮਾਮੂਲੀ ਜਿਹਾ ਵੀ ਨਜ਼ਾਰਾ ਮਿਲ ਜਾਵੇ ਬਸ ਉਹ ਨਿਹਾਲ ਹੋ ਜਾਂਦੇ ਹੈ, ਖੁਸ਼ ਹੋ ਜਾਂਦੇ ਹੈ। It is the work of the lovers to do the devotion of the master. And if the lovers get even a little bit of glimpse of the master, they become pleased, they become happy. ਅਗਰ ਗੁਰੂ ਭਗਤਾਂ ਨੂੰ ਇਹ ਕਹਿ ਦਈਏ ਕਿ ਤੁਸੀਂ ਬਈ ਇਹ ਨਜ਼ਾਰਾ ਛੱਡ ਦਿਓ ਜਾਂ ਸਤਸੰਗ ਨੂੰ ਛੱਡ ਦਿਓ, ਤੁਹਾਨੂੰ ਸਾਰੀ ਦੁਨੀਆ ਦਾ ਰਾਜ ਦੇ ਦਿੰਦੇ ਹੈ, ਉਹ ਕਦੇ ਵੀ ਰਾਜ ਨੂੰ ਨਹੀਂ ਅੰਗੀਕਾਰ ਕਰਨਗੇ, ਲੇਕਿਨ ਆਪਦੇ ਗੁਰੂ ਦਾ ਨਜ਼ਾਰਾ ਨਹੀਂ ਕਦੇ ਛੱਡਣਗੇ। If we tell the devotees of the master to give up the glimpse, give up the vision of their master and give up going to the satsang of the master, we will give you the kingdom of the whole world. They will not accept the power, they will not accept the kingdom of the whole world, and at no cost they will be ready to give up the satsang and the company of the master. ਗੁਰੂ ਨਾਨਕ ਨੇ ਵੀ ਕਿਹਾ ਭੋਰੀ ਦਰਸ਼ਨ ਦੀਜੈ, ਹੇ ਪਿਆਰਿਆ ਤੇਰਾ ਦਰਸ਼ਨ ਹੀ ਸਾਡਾ ਜੀਵਨ ਹੈ। ਅਗਰ ਥੋੜਾ ਜਿਹਾ ਵੀ ਦਰਸ਼ਨ ਦੇ ਦੇਵੇਂ ਤਾਂ ਸਾਡਾ ਸਭ ਕੁਝ ਸੌਰ ਸਕਦਾ ਹੈ। ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀਗਾ ਕਿ ਮੇਰਾ ਜ਼ਿੰਦਗੀ ਦਾ ਸਵਾਲ ਹੈ, ਤੇਰੀ ਇੱਕ ਨਜ਼ਰ ਹੈ। Guru Nanak Sahib had said that, "Oh Lord, give me just a little bit of your darshan." He said that your darshan is our life. Just a little bit of your darshan will make our life bloom. You give us your darshan. Bhai Nandlal had also told Guru Gobind Singh that it is the question of your one glance and it is the question of my whole life. गुर भगति जानो इश्क गुरु का, मन में तसा सुरत में पक्का। पक पक घट में गाढ़ा थाना, थान गाड़े अब हुआ दीवाना। ਹੁਣ ਆਪ ਕਹਿੰਦੇ ਪ੍ਰੇਮੀ ਬੇਸ਼ੱਕ ਬਾਹਰੋਂ ਕਮਲਿਆਂ ਦੀ ਤਰ੍ਹਾਂ ਹੀ ਤੁਹਾਨੂੰ ਨਜ਼ਰ ਆਉਂਦਾ ਹੈ, ਉਹ ਕੰਮ ਸਿਆਣਾ ਵੀ ਨਜ਼ਰ ਆਉਂਦਾ ਹੈ, ਲੇਕਿਨ ਅੰਦਰੋਂ ਉਹ ਪੱਕਾ ਹੈ, ਕਦੇ ਵੀ ਆਪਦੇ ਗੁਰੂ ਦਾ ਪਿਆਰ, ਗੁਰੂ ਦਾ ਇਸ਼ਕ ਉਹ ਛੱਡਣ ਨੂੰ ਤਿਆਰ ਨਹੀਂ ਹੁੰਦਾਗਾ। Now he says that even if you see the lover as the crazy one, as the innocent one from outside, but from within he is very strong, he is very devoted to his master, and at no cost he is ready to give up his love for the master. ਮਿਸਲ ਫਕੀਰਾਂ ਦਿਸੇ ਬਾਹਰੋਂ ਪਰ ਅੰਦਰੋਂ ਉਹ ਪੱਕਾ, ਅੰਦਰੋਂ ਬਿਲਕੁਲ ਪੱਕਾ ਹੁੰਦਾ ਹੈ, ਬਾਹਰੋਂ ਪਾਗਲਾਂ ਦੀ ਤਰ੍ਹਾਂ ਹੀ ਲੱਗਦਾ ਹੈ। The fakirs look from outside as the crazy ones, but from inside they are very strong. The devotees may look like crazy ones from the outside, but from their within they are very strong. पक पक घट में गाढ़ा थाना, थान गाड़े अब हुआ दीवाना। गुर का रूप लगे अस प्यारा, कामिनी पति मीना जल तारा। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਪ੍ਰੇਮੀ ਨੂੰ ਆਪਣੇ ਗੁਰੂ ਦਾ ਸਰੀਰ ਦੇ ਕਿਸ ਤਰ੍ਹਾਂ ਦੀ ਪਿਆਰੀ ਲੱਗਦੀ ਹੈ, ਜਿਸ ਤਰ੍ਹਾਂ ਕਾਮੀ ਆਦਮੀ ਨੂੰ ਔਰਤ ਪਿਆਰੀ ਹੈ ਔਰ ਉਸ ਦੇ ਜਿਸਮ ਨੂੰ ਉਹ ਚਿੰਬੜਦਾ ਹੈ, ਛੱਡਣ ਨੂੰ ਤਿਆਰ ਨਹੀਂ ਹੁੰਦਾਗਾ ਔਰ ਉਸ ਨੂੰ ਹਮੇਸ਼ਾ ਦੇਖ ਕੇ ਖੁਸ਼ ਹੁੰਦਾ ਹੈ। ਮੱਛੀ ਪਾਣੀ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਪਾਣੀ ਤੋਂ ਅਗਰ ਥੋੜਾ ਜਿਹਾ ਬਾਹਰ ਕੱਢੀਏ ਫੜ ਕੇ ਮਰ ਜਾਂਦੀ ਹੈ। ਆਪ ਕਹਿਣ ਲੱਗੇ ਜਿਸ ਤਰ੍ਹਾਂ ਕਾਮੀ ਨੂੰ ਇਸਤਰੀ ਪਿਆਰੀ ਹੈ ਔਰ ਮੱਛੀ ਨੂੰ ਪਾਣੀ ਪਿਆਰਾ ਹੈ, ਪ੍ਰੇਮੀ ਨੂੰ ਆਪਣਾ ਗੁਰੂ ਦਾ ਸਰੀਰ ਇਸ ਤਰ੍ਹਾਂ ਪਿਆਰਾ ਹੈ। Now Swamiji Maharaj says that for a lover or for a dear one, how loving the body of the master is. He says that the body of the master is so loving to the lover as the unchaste person has the love for the woman. He does not want to give up the body of the woman at any cost. And as the fish loves the water and becomes pleased only when she is in the water, as soon as you separate, as soon as you bring her out from the water, she dies. In the same way, the lover loves the body of the master. He does not want to give up the sight. He does not want to give up the glance of the master. He does not want to give up looking at the master even for a moment. ਭਗਤ ਨਾਮਦੇਵ ਜੀ ਵੀ ਕਹਿੰਦੇ ਹੈ
कामी पुरुष कामनी प्यारी ऐसे नामे प्रीत मुरारी। Bhagat Namdev Ji Maharaj also says that just like the unchaste person loves the woman, in the same way Bhagat Namdev loves the devotion of Lord. गुरु का रूप लगे अस प्यारा, कामिन पति मीना जल तारा। सत्संग करना ऐसा चाहिए, सत्संग का फल यही सही है। ਹੁਣ स्वामी जी महाराज ਕਹਿੰਦੇ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਉੱਪਰ ਦੱਸਿਆ ਆਇਆ ਹੈ ਕਿ ਗੁਰੂ ਦਾ ਸਤਸੰਗ ਕਿਸ ਤਰ੍ਹਾਂ ਕਰਨਾ ਹੈ, ਉਸ ਦੇ ਬਚਨ ਉਲਾਹੀ ਬਾਣੀ ਹੁੰਦੇ ਹੈ, ਜੋ ਉਹ ਕਹਿੰਦਾ ਉਸ 'ਤੇ ਚੱਲਣਾ ਸੇਵਕ ਦਾ ਪਹਿਲਾ ਫਰਜ਼ ਹੈ। ਤੋ ਆਪ ਕਹਿਣ ਲੱਗੇ ਗੁਰੂ ਦਾ ਜਿਹੜਾ ਸਰੂਪ ਹੈ ਉਹ ਮੈਂ ਜਿਸ ਤਰ੍ਹਾਂ ਦੱਸਿਆ ਹੈ ਕਿ ਕਾਮਨ ਜੈਸਾ ਪਿਆਰਾ ਲੱਗਦਾ ਹੈ, ਮੱਛੀ ਦਾ ਜਿਵੇਂ ਪਾਣੀ ਨਾਲ ਪਿਆਰ ਹੈ, ਆਪ ਕਹਿਣ ਲੱਗੇ ਇਸ ਤਰ੍ਹਾਂ ਦਾ ਗੁਰੂ ਦੇ ਸਰੂਪ ਨਾਲ ਜਿਨ੍ਹਾਂ ਦਾ ਪਿਆਰ ਹੋਣਾ ਚਾਹੀਦਾ ਹੈ। ਔਰ ਆਖਰ ਕਹਿਣ ਲੱਗੇ ਹਰ ਇੱਕ ਆਤਮਾ ਨੂੰ ਇਸ ਤਰ੍ਹਾਂ ਦਾ ਸਤਸੰਗ ਕਰਨਾ ਚਾਹੀਦਾ ਹੈ। ਆਪ ਕਹਿਣ ਲੱਗੇ ਅਸਲੀ ਸਤਸੰਗ ਦਾ ਇਹੀ ਫਲ ਹੈ। ਇਹ ਨਹੀਂ ਕਿ ਸਤਸੰਗ ਦੇ ਅੰਦਰ ਗਏ, ਰਸਮ ਰਿਵਾਜ ਪੂਰਾ ਕੀਤਾ, ਬੈਠ ਕੇ ਘੰਟਾ ਉੱਠ ਆਏ। Now Swamiji Maharaj says that all the souls should do this satsang, as I have said in the above lines, that when you go in the satsang you should understand every single word the Master speaks as the divine word, and you should live up to the words of the Masters, and you should love the form of the Master so much like the fish loves the water. All the souls should do the satsang in this way. It is not a good thing to come in the satsang like performing any rite and ritual and go back from the satsang without understanding and without accepting anything. You should not make it as a rite and ritual. You should do the satsang exactly in the way which I have told you earlier. सत्संग करना ऐसा चाहिए, सत्संग का फल यही सही है। सत्संग सत्संग मुख में मुख सी गावे, करे नित फल कछु न पावे। ਹੁਣ ਆਪ ਕਹਿੰਦੇ ਇਹ ਸਤਸੰਗ ਤਾਂ ਰੋਜ਼ ਕਰਦਾ ਹੈ ਲੇਕਿਨ ਫਲ ਕੁਛ ਨਹੀਂ ਮਿਲਦਾਗਾ। ਇਸ ਦਾ ਕਾਰਨ ਕੀ ਹੈ ਕਿ ਅਸੀਂ ਇਸ ਗੱਲੋਂ ਇਸ ਕੰਨੋਂ ਗੱਲ ਨੂੰ ਪਾਉਂਦੇ ਹਾਂ, ਦੂਜੇ ਪਾਸੇ ਕੱਢ ਦਿੰਦੇ ਹਾਂ। ਉਹ ਬਾਣੀਏ ਦੀ ਤਰ੍ਹਾਂ ਅਸੀਂ ਧੋਤੀ ਝਾੜ ਕੇ ਆਪਣੇ ਘਰ ਨੂੰ ਆ ਜਾਂਦੇ ਹਾਂ। ਜੋ ਕੁਝ ਸਤਸੰਗ ਦੇ ਵਿੱਚ ਕਿਹਾ ਜਾਂਦਾ ਹੈ ਉਸ 'ਤੇ ਅਸੀਂ ਅਮਲ ਨਹੀਂ ਕਰਦੇ। Now he says that he goes on saying satsang every day, but is not getting any reward, but is not getting any benefit from it. Because why is it so? Why it is so? Because he listens the things of the satsang from one ear and takes it out from the other ear, and like that son of the merchant, we go to the satsang and come back after listening to it and not accepting anything, and in this way we do not get any benefit from doing the satsang. ਕਿਉਂਕਿ ਮੋਟੇ ਐਬ ਸਾਡੇ ਅੰਦਰ 5-7 ਐਬ ਹੈ। ਅਗਰ ਅਸੀਂ ਇੱਕ ਸਤਸੰਗ ਦੇ ਵਿੱਚ ਇਹ ਨਿਸ਼ਚਾ ਕਰੀਏ ਕਿ ਅਸੀਂ ਅੱਜ ਕਾਮ ਛੱਡਿਆ ਹੈ, ਦੂਸਰੇ 'ਚ ਕ੍ਰੋਧ ਛੱਡ ਦੇਵੇ, ਇਸ ਤਰ੍ਹਾਂ ਅਸੀਂ ਹਲਕੇ ਹੋ ਜਾਈਏ, ਸਾਡੇ ਸਾਰੇ ਐਬ ਨਿਕਲ ਜਾਣ ਔਰ ਸਾਨੂੰ ਸਾਡੇ ਉੱਤੇ ਸਤਸੰਗ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਵੇ। There are only couple of basic bad habits which we all have, and if we are determined to give up one bad habit per satsang, then we can easily become free from all this burden. If we become determined to give up anger in one satsang and lust in other satsang, and if we go on doing that, within few days we can become free of all the burden of this sins, of all these bad habits. सत्संग मुख से गावे, करे नित फल कछु न पावे। सत्संग महिमा है अत भारी, पर कोई जीव मिले अधिकारी।
ਹੁਣ ਆਪ ਕਹਿੰਦੇ ਕਿ ਸਤਸੰਗ ਦੀ ਮਹਿਮਾ ਸਾਰਿਆਂ ਹੀ ਰਿਖੀਆਂ ਮੁਨੀਆਂ ਵੇਦਾਂ ਸ਼ਾਸਤਰਾਂ ਨੇ ਗਾਈ ਹੈ ਔਰ ਪਰ ਕੋਈ ਅਧਿਕਾਰੀ ਜੀ ਮਿਲੇ ਤਾਂ ਹੀ ਫਾਇਦਾ ਉਠਾ ਸਕਦਾ ਹੈ। Now he says that all the rishis, munis, Vedas and Shastras have sung the glory and importance of doing the satsang. But if the soul is chosen for the satsang, if he is determined to get the satsang, only then he can get the benefit. ਸਤ ਸੰਗ ਮਹਿਮਾ ਹੈ ਅਤ ਭਾਰੀ, ਪਰ ਕੋਈ ਜੀਵ ਮਿਲੇ ਅਧਿਕਾਰੀ। ਅਧਿਕਾਰੀ ਬਿਨ ਪ੍ਰਗਟ ਨਹੀਂ ਫਲ, ਸਤ ਸੰਗ ਤੋ ਕੀਨਾ ਸਭ ਚਲ ਚਲ। ਹੁਣ ਆਪ ਕਹਿੰਦੇ ਹਜ਼ਾਰਾਂ ਲੱਖਾਂ ਸੰਤਾਂ ਦੇ ਸੇਵਕ ਹੁੰਦੇ ਆ, ਸਾਰੇ ਉਹਨਾਂ ਕੋਲੇ ਆਉਂਦੇ ਆ, ਲੇਕਿਨ ਜਿਹੜਾ ਅਸਲੀ ਮਕਸਦ ਹੁੰਦਾ ਹੈ, ਫਲ ਹੁੰਦਾ ਹੈ, ਸੱਚਖੰਡ ਦੀ ਜਿਹੜੀ ਉਹਨਾਂ ਨੂੰ ਚਾਬੀ ਦੇਣੀ ਹੁੰਦੀ ਹੈ ਜਾਂ ਜਿਹੜੀ ਜ਼ਿੰਮੇਵਾਰੀ ਦੇਣੀ ਹੁੰਦੀ ਹੈ, ਜੀਵਾਂ ਦਾ ਭਾਰ ਜਿਸ ਦੇ ਸਿਰ ਤੇ ਰੱਖਣਾ ਹੁੰਦਾ ਹੈ, ਰੂਹਾਨੀਅਤ ਦਾ ਤਾਜ, ਕਹਿਣ ਲੱਗੇ ਉਹ ਅਧਿਕਾਰੀ ਦੇਖਦੇ ਹੈ। ਅਗਰ ਕੋਈ ਅਧਿਕਾਰੀ ਮਿਲ ਜਾਵੇ ਉਸ ਦੇ ਸਿਰ ਦੇ ਉੱਤੇ ਰੂਹਾਨੀਅਤ ਦਾ ਤਾਜ ਉਹ ਰੱਖ ਦਿੰਦੇ ਹੈ। Now he says that thousands and millions of dear ones come to the satsang of the saints, but they always look for the one who is worthy of the grace and who is going to be chosen for putting the crown of spirituality on his head, and one who is going to get the throne of Sachkhand. They always look for the worthy one. ਅਧਿਕਾਰੀ ਬਿਨ ਪ੍ਰਗਟ ਨਹੀਂ ਫਲ, ਸਤ ਸੰਗ ਤੋ ਕੀਨਾ ਸਭ ਚਲ ਚਲ। ਚਲ ਚਲ ਆਏ ਸਤਿਗੁਰ ਆਗੇ, ਬਚਨ ਨਾ ਪਕੜਾ ਦਰਸ ਨਾ ਲਾਗੇ। ਉਹ ਕਹਿੰਦੇ ਆਉਂਦੇ ਸਾਰੇ ਹੀ ਹੈ ਸਤਿਗੁਰਾਂ ਕੋਲੇ, ਤੇ ਸਤਿਗੁਰੂ ਆਪਣੀ ਤਰਫੋਂ ਸਾਰਿਆਂ ਨਾਲ ਪਿਆਰ ਕਰਦੇ ਹੈ, ਲੇਕਿਨ ਬਹੁਤ ਸਾਰੇ ਇਸ ਸ਼੍ਰੇਣੀ ਵਿੱਚ ਰਹਿ ਜਾਂਦੇ ਆ ਕਿ ਜਿਹੜੇ ਨਾ ਤਾਂ ਉਹਨਾਂ ਦੇ ਬਚਨਾਂ 'ਤੇ ਅਮਲ ਕਰਦੇ ਹੈ, ਨਾ ਉਹਨਾਂ ਨੂੰ ਉਹਨਾਂ ਦੇ ਦਰਸ਼ਨ 'ਚੋਂ ਹੀ ਕੋਈ ਨਸ਼ਾ ਆਉਂਦਾ ਹੈ ਔਰ ਉਹਨਾਂ ਦਰਸ਼ਨਾਂ ਨੂੰ ਕੋਈ ਅਹਿਮੀਅਤ ਦਿੰਦੇ ਹਨ। Everybody comes to the master and master loves everyone, but many of them fall in this category who do not get any benefit, do not get any intoxication from the darshan of the master, and who do not live up to the words of the master. चल चल आए सतगुर आगे, बचन ना पकड़ा दरस न लागे। सतसंग और सतगुर क्या करें, सो जीव पौजल कैसे तरें। ਹੁਣ ਆਪ ਕਹਿੰਦੇ ਗੁਰੂ ਦਾ ਕੀ ਕਸੂਰ ਹੈ, ਸਤਸੰਗ ਦਾ ਕੀ ਕਸੂਰ ਹੈ, ਉਹ ਜੀਵ ਕਿਸ ਤਰ੍ਹਾਂ ਭੌਜਲ ਤੋਂ ਤਰ ਸਕਦਾ ਹੈ ਜਿਹੜਾ ਗੁਰੂ ਦੇ ਬਚਨਾਂ ਦੇ ਉੱਤੇ ਪਿਆਰ ਹੀ ਨਹੀਂ ਕਰਦਾ, ਗੁਰੂ ਨਾਲ ਪਿਆਰ ਹੀ ਨਹੀਂ, ਭਰੋਸਾ ਹੀ ਨਹੀਂਗਾ। Now he says that what is the fault of the master, what is the fault of the satsang? When the soul does not believe in the words of the master, how can that soul cross the ocean of life, who does not love the master, who does not love the words of the master, and who does not live up to the words of the master? ਕਬੀਰ ਸਾਹਿਬ ਵੀ ਕਹਿੰਦੇ ਆ, ਕਬੀਰ ਗੁਰੂ ਵਿਚਾਰਾ ਕਿਆ ਕਰੇ, ਜੇ ਸਿੱਖਣ ਮੇਂ ਚੂਕ, ਅੰਧੇ ਏਕ ਨਾ ਲੱਗੀ ਜੋ ਵਾਂਸ ਵਜਾਈ ਫੂਕ। Kabir Sahib also says that, oh Kabir, what the master can do when there are so many faults in the disciple. If they are like the blind people who go on pushing air in the bamboo which is open at both the ends, as the air does not stay there, in the same way, what can the master do to such a disciple who has both his ends open and who does not accept anything? सत संग और सतगुर क्या करें, सो जीव पौजल कैसे तरें। पत्थर पानी लेखा बरता, जल मिश्री सम मेल न करता। ਹੁਣ ਆਪ ਕਹਿੰਦੇ ਉਹਨਾਂ ਲੋਕਾਂ ਦੇ ਜਿਹੜੇ ਦਿਲ ਹੈ ਉਹ ਪੱਥਰ ਦੀ ਤਰ੍ਹਾਂ ਹੈ। ਪੱਥਰ ਜਿਹੜਾ ਹੈ ਉਹ ਆਪਣੇ ਵਿੱਚ ਪਾਣੀ ਨਹੀਂ ਜਜ਼ਬ ਹੋਣ ਦਿੰਦਾਗਾ। ਚਾਹੀਦਾ ਕੀ ਸੀਗਾ
ਕਿ ਜਲ ਔਰ ਮਿਸ਼ਰੀ ਦਾ ਜਿਵੇਂ ਮਿਲਾਪ ਹੈ, ਇਸ ਤਰ੍ਹਾਂ ਦਾ ਖਿਆਲ ਲੈ ਕੇ ਸਤਸੰਗ ਦੇ ਵਿੱਚ ਜਾਣਾ ਸੀ, ਗੁਰੂ ਕੋਲੇ ਜਾਣਾ ਸੀ। Such people's hearts are like stones, and like the stone does not absorb any water, in the same way they do not absorb any teachings of the Master. What was required? They should have made their hearts like the rock candy, and as the rock candy gets dissolved in the water, in the same way they should have dissolved themselves in the words of the Master. पत्थर पानी लेखा बरता, जल मिश्री सम मेल न करता, बाहर का संग जब यस होई, सतगुर समय प्रीतम नहीं कोई। ਜਿਹੜੇ ਜਲ ਮਿਸ਼ਰੀ ਦੀ ਤਰ੍ਹਾਂ ਬਣ ਕੇ ਸਤਸੰਗ ਦੇ ਅੰਦਰ ਆਉਂਦੇ ਹੈ, ਜਦੋਂ ਉਹਨਾਂ ਦਾ ਬਾਹਰਲਾ ਸਤਸੰਗ ਇਹੋ ਜਿਹਾ ਹੋ ਜਾਂਦਾ ਹੈ, ਗੁਰੂ ਨਾਲ ਪਿਆਰ, ਗੁਰੂ ਨਾਲ ਮੁਹੱਬਤ, ਉਹਨਾਂ ਦੇ ਬਚਨ ਇਲਾਹੀ ਬਾਣੀ ਸਮਝਦਾ ਹੈ, ਫਿਰ ਇਹਨੂੰ ਅੰਦਰਲਾ ਸਤਸੰਗ ਮਿਲਦਾ ਹੈ ਔਰ ਫਿਰ ਅੰਦਰਲੇ ਸਤਸੰਗ ਦੇ ਅਧਿਕਾਰੀ ਬਣਦਾ ਹੈ। Those who become like rock candy in the water and come in the satsang, and when they make their outer satsang like this, when they live up to the words of the Master, when they love the Master, when they love the words of the Master, and when they make their outer satsang like this, then they become worthy of the inner satsang of the Master. बाहर का संग जब यस होई, सतगुर समय प्रीतम नहीं कोई, तब अंतर का सतसंग तारे, सुरत चढ़ी आसमान पुकारी। ਫਿਰ ਆਪ ਕਹਿੰਦੇ ਹੈ ਕਿ ਸੁਰਤ ਜਿਹੜੀ ਹੈ ਉਹ ਅੰਦਰ ਜਾਣਾ ਸ਼ੁਰੂ ਹੁੰਦੀ ਹੈ ਜਦ ਅੰਦਰ ਦਾ ਸਤਸੰਗ ਧਾਰਨ ਕਰਦਾ ਹੈ। Then he says that the soul starts going in the within when he accepts the inner satsang. तब अंतर का सतसंग तारे, सुरत चढ़ी आसमान पुकारी, बोले अर्श और गरजे गगना, बैठा कुर्सी मन हुआ मगना, लामुकाम पाया लाहूत, छोड़ा नासूत, मलकूत जबरूत, हाहूत का जाए खुला द्वारा, हुलाहूत और हूत सुमारा, हूत मुकाम फकीर अखीरी, रूह सूरत जहाँ देती फेरी। दोहा। अल्लाह त्रिकुटी लखा, जाए लखा सुन, शब्द अल्लाहु पाया, बमर गुफा की तुन, हक हक सत नाम तुन, पाई चढ़ सच खंड, संत फकर बोली युगल, पद दो एक अखंड, संत फकर बोली जुगल, पद दो एक